ਹੈਲੋ ਸਟੂਡੈਂਟ, ਵੈਲਕਮ ਟੂ ਸੀਬੀਸੀ ਸਿੱਖਿਆ। ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸੀਬੀਸੀ ਸਿੱਖਿਆ ਦੇ ਵਿੱਚ। ਤਾਂ ਅੱਜ ਆਪਾਂ ਗੱਲ ਕਰਨ ਜਾ ਰਹੇ ਈਟੀਡੀ ਦੇ ਇੰਗਲਿਸ਼ ਦੇ ਕੰਪਲੀਟ ਸਿਲੇਬਸ ਦੇ ਬਾਰੇ। ਸਾਰੇ ਬੱਚਿਆਂ ਨੂੰ ਮੋਸਟ ਆਫ ਦਾ ਕੁਐਸਚਨਸ, ਮੋਸਟ ਆਫ ਦਾ ਕੁਐਰੀਜ਼ ਆ ਰਹੀ ਸੀਗੀ ਬੱਚਿਆਂ ਦੀ ਕਿ ਇੰਗਲਿਸ਼ ਦੇ ਵਿੱਚ ਕੀ ਆਏਗਾ, ਬਹੁਤ ਕਨਫਿਊਜ਼ ਹੋ ਰਹੇ ਸੀ ਬੱਚੇ। ਤਾਂ ਅੱਜ ਆਪਾਂ ਈਟੀਡੀ ਦੇ ਇੰਗਲਿਸ਼ ਸਿਲੇਬਸ ਦੀ ਗੱਲ ਕਰਨ ਜਾਵਾਂਗੇ, ਠੀਕ ਹੈ। ਤਾਂ ਸਾਰੇ ਇੱਕ ਤਰ੍ਹਾਂ ਪਹਿਲੇ ਤਾਂ ਸਭ ਨੂੰ ਆਲ ਦਾ ਬੈਸਟ ਹੈ ਕਿ ਸਾਰੇ ਬਹੁਤ ਅੱਛੀ ਤਰ੍ਹਾਂ ਤਿਆਰੀ ਕਰੋ, ਠੀਕ ਹੈ। ਤੇ ਅੱਜ ਆਪਾਂ ਪਹਿਲਾਂ ਗੱਲ ਕਰਨ ਜਾਵਾਂਗੇ ਇੰਗਲਿਸ਼ ਦੇ ਸਿਲੇਬਸ ਦੇ ਮਾਰਕਸ ਦੀ। ਦੇਖੋ ਪਹਿਲਾਂ ਆਪਾਂ ਪ੍ਰੀਵੀਅਸ ਈਅਰ ਦੇ ਕੁਐਸਚਨ ਪੇਪਰ ਦੀ ਗੱਲ ਕਰੀਏ, ਪ੍ਰੀਵੀਅਸ ਈਅਰ ਐਗਜ਼ਾਮਸ ਦੀ ਗੱਲ ਕਰੀਏ, ਤਾਂ ਜਿਹੜਾ ਪਹਿਲਾ ਐਗਜ਼ਾਮ ਆਉਂਦਾ ਸੀ ਇੰਗਲਿਸ਼ ਦਾ ਉਹ ਸਿਰਫ ਔਰ ਸਿਰਫ 15 ਮਾਰਕਸ ਦੇ ਆਉਂਦੇ ਸੀਗੇ। ਬਟ ਹੁਣ ਇੰਗਲਿਸ਼ ਦੇ ਜਿਹੜਾ ਸਿਲੇਬਸ ਹੈ ਉਸਦੀ ਵੇਟੇਜ ਵੱਧ ਗਈ ਹੈ। ਮੀਨਸ ਉਹ 15 ਟੂ ਐਕਸਪੈਕਟੇਸ਼ਨ ਹੈ ਕਿ 30 ਮਾਰਕਸ ਦੀ ਤੁਹਾਡੀ ਇੰਗਲਿਸ਼ ਆਏਗੀ ਹੀ ਆਏਗੀ ਐਗਜ਼ਾਮ ਦੇ ਵਿੱਚ, ਠੀਕ ਹੈ। ਜੋ ਮੈਂ ਤੁਹਾਨੂੰ ਈਟੀਟੀ ਦੇ ਸਿਲੇਬਸ ਬਾਰੇ ਗੱਲ ਦੱਸਣ ਜਾ ਰਹੀ ਉਹ ਤੁਹਾਡਾ ਪੀਟੈਟ ਦੇ ਵਿੱਚ ਵੀ ਕੰਮ ਆਏਗਾ, ਠੀਕ ਹੈ। ਤਾਂ ਤੁਸੀਂ ਧਿਆਨ ਨਾਲ ਅੱਛੀ ਤਰ੍ਹਾਂ ਚੀਜ਼ਾਂ ਨੂੰ ਸਮਝਣਾ ਤੇ ਸੁਣਨਾ ਹੈ, ਠੀਕ ਹੈ। ਐਵੇਂ ਨਾ ਕਰਿਓ ਕਿ ਹਾਂ ਕਿ ਅਸੀਂ ਦੇਖ ਲਿਆ, ਅਸੀਂ ਪੜ੍ਹ ਲਿਆ, ਸਾਨੂੰ ਪਤਾ ਹੀ ਹੈ, ਕੁਝ ਤਾਂ ਆਉਂਦਾ ਹੀ ਹੈ। ਬਟ ਪਹਿਲਾਂ ਸੇਮ ਸਿਲੇਬਸ ਹੁੰਦਾ ਸੀਗਾ ਬਟ ਉਹਦੀ ਵੇਟੇਜ ਘੱਟ ਹੁੰਦੀ ਸੀ। ਬਟ ਹੁਣ ਉਵੇਂ ਸੇਮ ਸਿਲੇਬਸ ਤੋਂ ਥੋੜੀ ਜਿਹੀ ਚੀਜ਼ਾਂ ਐਕਸਟਰਾ ਐਡ ਆਨ ਹੋਈਆਂ ਨੇ, ਠੀਕ ਹੈ। ਬਟ ਉਹਦੀ ਵੇਟੇਜ ਵੱਧ ਗਈ ਹੈ। ਮਤਲਬ ਪਹਿਲਾ ਮਾਰਕਸ ਸਿਰਫ 15 ਮਾਰਕਸ ਦੀ ਆਉਂਦੀ ਸੀ, ਹੁਣ ਉਹ 30 ਮਾਰਕਸ ਤੱਕ ਦੀ ਐਕਸਪੈਕਟੇਸ਼ਨ ਹੈਗੀ ਕਿ ਆਏਗੀ ਹੀ ਆਏਗੀ, ਠੀਕ ਹੈ। ਤਾਂ ਤੁਸੀਂ ਇੰਗਲਿਸ਼ ਨੂੰ ਲਾਈਟਲੀ ਨਾ ਲਿਓ, ਠੀਕ ਹੈ। ਇੰਗਲਿਸ਼ ਨੂੰ ਲਾਈਟਲੀ ਨਾ ਲਿਓ ਬਿਲਕੁਲ ਵੀ ਕਿ ਹਾਂ ਵੀ ਅਸੀਂ ਨਹੀਂ ਕਰਨਾ, ਕਿ ਕੋਈ ਨਾ ਅਸੀਂ ਤਾਂ ਪੜ੍ਹ ਕੇ ਨਹੀਂ ਜਾਂਦੇ, ਬਾਕੀ ਅਸੀਂ ਪੜ੍ਹ ਲਾਂਗੇ। ਨੋ, ਇੰਗਲਿਸ਼ ਨੂੰ ਵੀ ਤੁਸੀਂ ਪੜ੍ਹ ਕੇ ਜਾਣਾ। ਤੁਹਾਨੂੰ ਲੱਗਦਾ ਕਿ ਤੁਹਾਨੂੰ ਇੰਗਲਿਸ਼ ਬਿਲਕੁਲ ਨਹੀਂ ਆਉਂਦੀ ਤਾਂ ਆਪਾਂ ਤੁਹਾਡੇ ਨਾਲ ਹੈ, ਆਪਾਂ ਪ੍ਰੋਪਰ ਸਟਾਰਟਿੰਗ ਤੋਂ ਤਿਆਰੀ ਕਰਾਂਗੇ, ਠੀਕ ਹੈ। ਆਪਣਾ ਬੈਚ ਵੀ ਸਟਾਰਟ ਹੋਣ ਜਾ ਰਹੇ ਹਨ, ਠੀਕ ਹੈ। ਤੁਸੀਂ ਪ੍ਰੋਪਰ ਹਰ ਚੀਜ਼ ਨੂੰ ਧਿਆਨ ਨਾਲ ਸੁਣਿਓ, ਸਮਝਿਓ। ਅਗਰ ਤੁਸੀਂ ਇੰਗਲਿਸ਼ ਨੂੰ ਸਟਾਰਟ ਹੀ ਨਹੀਂ ਕਰੋਗੇ ਤਾਂ ਤੁਹਾਨੂੰ ਕੋਈ, ਅਗਰ ਤੁਸੀਂ ਜਿਵੇਂ ਜੀਕੇ ਲਗਾ ਲਓ, ਮੈਥ ਲਗਾ ਲਓ, ਰੀਜ਼ਨਿੰਗ ਲਗਾ ਲਓ, ਕੰਪਿਊਟਰ ਲਗਾ ਲਓ, ਪੰਜਾਬੀ ਲਗਾ ਲਓ, ਅਗਰ ਤੁਸੀਂ ਸਬਜੈਕਟ ਨੂੰ ਸਟਾਰਟ ਹੀ ਨਹੀਂ ਕਰੋਗੇ, ਠੀਕ ਹੈ, ਪੜ੍ਹਨਾ ਤਾਂ ਤੁਹਾਨੂੰ ਆਏਗਾ ਹੀ ਨਹੀਂ। ਤੁਹਾਨੂੰ ਕੋਈ ਵੀ ਸਬਜੈਕਟ ਨਹੀਂ ਆਏਗਾ, ਇੰਗਲਿਸ਼ ਤੱਕ ਹੈ ਕੋਈ ਵੀ ਸਬਜੈਕਟ ਨਹੀਂ ਆਏਗਾ। ਇਸ ਲਈ ਇੰਗਲਿਸ਼ ਨੂੰ ਵੀ ਪੜ੍ਹਨਾ ਸਟਾਰਟ ਕਰੋਗੇ ਤਾਂ ਇੰਗਲਿਸ਼ ਵੀ ਤੁਹਾਨੂੰ ਆਏਗੀ, ਠੀਕ ਹੈ। ਐਵੇਂ ਦਾ ਕੋਈ ਚੀਜ਼ ਨਹੀਂ ਹੈ ਕਿ ਤੁਹਾਨੂੰ ਨਹੀਂ ਆ ਸਕਦੀ। ਅਗਰ ਤੁਹਾਨੂੰ ਸਟਾਰਟਿੰਗ ਤੋਂ ਤੁਸੀਂ ਸਭ ਨੇ ਪੜ੍ਹੀ ਹੋਈ ਹੈ ਨਹੀਂ ਤਾਂ, ਠੀਕ ਹੈ। ਚਲੋ ਆਪਾਂ ਇੰਗਲਿਸ਼ ਦਾ ਦੇਖਦੇ ਕੀ ਆਵੇਗਾ ਇੰਗਲਿਸ਼ ਦੇ ਸਿਲੇਬਸ ਵਿੱਚ, ਠੀਕ ਹੈ। ਈਟੀਟੀ ਦੇ ਦੇਖੋ ਪਹਿਲਾ ਆਏਗਾ ਆਪਣਾ ਕੰਪਰੀਹੈਂਸ਼ਨ। ਹੁਣ ਦੱਸੋ ਕੰਪਰੀਹੈਂਸ਼ਨ ਕੀ ਹੁੰਦਾ ਹੈ? ਕੰਪਰੀਹੈਂਸ਼ਨ ਤੁਹਾਨੂੰ ਦੱਸਦਾ ਕੀ ਹੁੰਦਾ ਹੈ। ਕੰਪਰੀਹੈਂਸ਼ਨ ਅਨਸੀਨ ਪੈਸੇਜ ਹੁੰਦਾ ਜਿਹੜਾ ਆਪਾਂ ਛੋਟੇ ਹੁੰਦੇ ਤੋਂ ਹੁਣ ਤੱਕ ਪੜ੍ਹਦੇ ਆ ਰਹੇ ਹਾਂ, ਠੀਕ ਹੈ। ਕਿ ਇੱਕ ਤੁਹਾਨੂੰ ਪੈਰਾਗ੍ਰਾਫ ਦਿੱਤਾ ਹੁੰਦਾ ਜਿਹਦੇ ਵਿੱਚ ਤੁਸੀਂ ਕੁਐਸਚਨ ਸਿਲੈਕਟ ਕਰਨੇ ਹੁੰਦੇ, ਉਸਦੇ ਵਿੱਚ ਹੀ ਕੁਐਸਚਨਸ ਹੁੰਦੇ ਨੇ। ਐਵੇਂ ਨਹੀਂ ਕਿ ਬਾਹਰੋਂ ਕੋਈ ਕਿ ਕੁਐਸਚਨ ਕੋਈ ਹੋਰ ਹੈ, ਆਪਸ਼ਨਸ ਕੁਝ ਹੋਰ ਹੈ, ਐਵੇਂ ਕਦੀ ਵੀ ਨਹੀਂ ਹੁੰਦਾ। ਹਮੇਸ਼ਾ ਔਰ ਹਮੇਸ਼ਾ ਕੁਐਸਚਨ ਉਹਦੇ ਵਿੱਚ ਹੀ ਹੁੰਦਾ। ਬਟ ਤੁਹਾਨੂੰ ਟੈਕਨੀਕਸ ਪਤਾ ਹੋਣੀ ਚਾਹੀਦੀ ਕਿ ਕਿਵੇਂ ਅਸੀਂ ਅਨਸੀਨ ਪੈਸੇਜ ਨੂੰ ਸੋਲਵ ਕਰਨਾ ਹੈ, ਠੀਕ ਹੈ। ਅਗਰ ਤੁਹਾਨੂੰ ਟੈਕਨੀਕਸ ਹੀ ਨਹੀਂ ਪਤਾ ਤਾਂ ਤੁਸੀਂ ਕਦੇ ਵੀ ਸੋਲਵ ਨਹੀਂ ਕਰ ਸਕਦੇ। ਤਾਂ ਤੁਹਾਨੂੰ ਐਂਟੋਨੀਅਮ, ਸਿਨੋਨੀਅਮ ਥੋੜੇ ਬਹੁਤ ਪਤਾ ਹੋਣੇ ਚਾਹੀਦੇ ਹੈ, ਕਿਉਂਕਿ ਅਗਰ ਆਪਾਂ ਪੈਸੇਜ ਪੜ੍ਹਦੇ ਆ ਤਾਂ ਤੁਹਾਨੂੰ ਸਿਨੋਨੀਅਮ, ਐਂਟੋਨੀਅਮ ਦੇ ਆਪਸ਼ਨਸ ਦਾ ਪਤਾ ਚੱਲ ਜਾਂਦਾ ਕਿ ਇੱਥੇ ਕੀ ਆਣਾ, ਠੀਕ ਹੈ। ਆਪਾਂ ਬਹੁਤ ਈਜ਼ੀ ਹੁੰਦਾ, ਆਪਾਂ ਥੋੜੀ ਟੈਕਨੀਕਸ ਦੇ ਨਾਲ, ਥੋੜੀ ਸਮਝਦਾਰੀ ਨਾਲ ਅਗਰ ਕਰੀਏ ਤਾਂ ਆਪਾਂ ਅਨਸੀਨ ਪੈਸੇਜ ਦੇ ਆਪਣੇ ਫ੍ਰੀ ਦੇ ਨੰਬਰ ਹੁੰਦੇ ਨੇ, ਠੀਕ ਹੈ। ਫ੍ਰੀ ਦੇ ਨੰਬਰ ਹੁੰਦੇ ਨੇ ਜੋ ਕਿ ਤੁਸੀਂ ਬਿਲਕੁਲ ਆਈ ਨਹੀਂ ਹੋਗਾ ਕਿ ਤੁਸੀਂ ਛੱਡ ਦੋ, ਠੀਕ ਹੈ। ਅੱਗੇ ਆਪਣਾ ਆਉਂਦਾ ਗ੍ਰਾਮਰ। ਮੇਨ ਪੋਰਸ਼ਨ ਆਪਣਾ ਗ੍ਰਾਮਰ ਦਾ ਹੈ, ਵੋਕੈਬ ਦਾ ਹੈ, ਠੀਕ ਹੈ। ਇਹ ਸਾਰੇ ਆਪਣੇ ਚੀਜ਼ਾਂ ਨੇ ਜੋ ਆਪਾਂ ਧਿਆਨ ਨਾਲ ਦੇਖਣੀਆਂ ਨੇ, ਠੀਕ ਹੈ। ਇੰਗਲਿਸ਼ ਗ੍ਰਾਮਰ ਦੇ ਵਿੱਚ ਕੀ ਆਏਗਾ? ਆਰਟੀਕਲਸ ਆएंगे, ਪ੍ਰੈਪੋਜੀਸ਼ਨਸ, ਡਿਟਰਮਿਨਰਸ, ਕੰਜੰਕਸ਼ਨ, ਮੋਡਲਸ, ਐਰਰ ਕਰੈਕਸ਼ਨ। ਐਰਰ ਕਰੈਕਸ਼ਨ ਮੀਨਸ ਵਰਡ ਦੇ ਵੀ ਹੋ ਸਕਦੇ, ਪੂਰੇ ਸੈਂਟੈਂਸ ਦੇ ਵੀ ਹੁੰਦੇ ਨੇ। ਮੈਂ ਤੁਹਾਨੂੰ ਇੱਕ ਇੱਕ ਕਰਕੇ ਦੱਸਦੀ ਹਾਂ। use of tenses, voice and narration, transformation of sentences and clauses। ਦੇਖੋ ਹੁਣ ਆਪਾਂ ਗ੍ਰਾਮਰ ਦੇ ਵਿੱਚ ਦੇਖਿਆ ਜਾਏ ਆਰਟੀਕਲਸ ਆਪਣਾ ਬਹੁਤ ਛੋਟਾ ਜਿਹਾ ਟੌਪਿਕ ਹੁੰਦਾ ਹੈ, ਬਹੁਤ ਜ਼ਿਆਦਾ ਬੜਾ ਟੌਪਿਕ ਨਹੀਂ ਹੁੰਦਾ, ਬਹੁਤ 1-1.5 ਦਿਨ ਦਾ ਟੌਪਿਕ ਹੁੰਦਾ, ਬਹੁਤ ਮੁਸ਼ਕਿਲ ਨਾਲ ਉਹ ਵੀ। ਬਟ ਇੰਨੀ ਕੁ ਜ਼ਿਆਦਾ ਦੇ ਵਿੱਚ ਤੁਹਾਡੇ ਐਰਰਸ ਆਉਂਦੇ ਨੇ, ਫਿਲ ਇਨ ਦਾ ਬਲੈਂਕਸ ਬਹੁਤ ਆਉਂਦੇ ਨੇ, ਪ੍ਰੈਪੋਜੀਸ਼ਨ ਦੇ ਵਿੱਚ ਵੀ ਬਹੁਤ ਫਿਲ ਇਨ ਦਾ ਬਲੈਂਕਸ ਆਉਂਦੇ ਨੇ। ਤੁਸੀਂ ਕੁਝ ਵੀ ਲੈ ਲਓ, ਕੰਜੰਕਸ਼ਨ ਲੈ ਲਓ, ਮੋਡਲਸ ਲੈ ਲਓ, ਠੀਕ ਹੈ, ਡਿਟਰਮਿਨੈਂਟਸ ਲੈ ਲਓ, ਯੂਜ਼ ਆਫ ਟੈਂਸਸ ਲੈ ਲਓ, ਤੁਹਾਨੂੰ ਹਰ ਟਾਈਪ ਦੇ ਤੁਹਾਨੂੰ ਐਰਰਸ ਆਉਂਦੇ ਨੇ, ਠੀਕ ਹੈ। ਇਹਦੇ ਵਿੱਚ ਵਰਡ ਟੂ ਵਰਡ ਵੀ ਆਉਂਦੇ ਨੇ ਕਿ ਇੱਕ ਤੁਹਾਨੂੰ ਵਰਡ ਦਿੱਤਾ ਹੋਊਗਾ ਕਿ ਇਹਦੇ ਵਿੱਚ ਦੱਸਣਾ ਤੁਸੀਂ ਕਿਹੜਾ ਐਰਰ ਹੈ ਤੁਹਾਡਾ, ਠੀਕ ਹੈ। ਮਿਸਪੈਲ ਆ ਗਏ, ਠੀਕ ਹੈ। ਐਰਰ ਡਿਟੈਕਸ਼ਨ ਆਣੀ ਕਿ ਇੱਕ ਸੈਂਟੈਂਸ ਦਿੱਤਾ ਹੋਊਗਾ ਉਹਦੇ ਵਿੱਚ ਤੁਸੀਂ ਐਰਰ ਡਿਟੈਕਟ ਕਰਨਾ ਵੀ ABCD ਵਿੱਚੋਂ ਕਿਹੜਾ ਐਰਰ ਹੈ, ਠੀਕ ਹੈ। ਐਵੇਂ ਤੁਹਾਡੀ ਕੰਜੰਕਸ਼ਨ, ਐਡਵਰਬ, ਐਡਜੈਕਟਿਵ ਸਾਰੇ ਦੇ ਸਾਰੇ ਥੋੜੇ ਫਿਲ ਇਨ ਦਾ ਬਲੈਂਕਸ ਆਉਂਦੇ ਨੇ। ਹੁਣ ਕਈ ਵਾਰ ਟੈਂਸ ਹੈ, ਹੁਣ ਆਪਾਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦੀ ਹਾਂ। टेंस तो थोड़े लिए बहुत ज्यादा इंपॉर्टेंट है। टेंस अगर तुम लगता है कि टेंस तो हर कोई कहना इंपॉर्टेंट है, टेंस एंड मॉडल्स,
ਟੈਂਸ ਐਂਡ ਮॉडल्स ਤੁਹਾਡੇ ਲਈ ਕਿਉਂ ਇੰਪੋਰਟੈਂਟ ਹੈ? ਦੇਖੋ ਇੱਕ ਤਾਂ ਤੁਹਾਨੂੰ ਇਹ ਗ੍ਰਾਮਰ ਪੋਰਸ਼ਨ ਚ ਆਣੇ ਨੇ, ਠੀਕ ਹੈ, ਪਹਿਲਾ ਪੁਆਇੰਟ ਕਿ ਤੁਹਾਨੂੰ ਗ੍ਰਾਮਰ ਪੋਰਸ਼ਨ ਚ ਆਣੇ ਨੇ। ਦੂਜੀ ਚੀਜ਼ ਇਹ ਤੁਸੀਂ ਇਹ ਦੇਖੋ, ਇਹ ਦੇਖ ਰਹੇ ਹੋ ਤੁਸੀਂ ट्रांसलेशन पंजाबी टू इंग्लिश। हुण पंजाबी टू इंग्लिश दे विच थोड़े मोस्ट ऑफ दी चीज जिहड़ी यूज होनी है ना ट्रांसलेशन दे विच, ओह यूज होनी है मॉडल्स दे टेंसेस। ट्रांसलेशन जे तुसीं पंजाबी टू इंग्लिश करनी है तो तुहानूं टेंसेस आने चाहिए ने। पहली गल टेंस तो बहुत ज़्यादा इंपॉर्टेंट है। दूजी मोस्ट इंपॉर्टेंट चीज़ जिहड़ी ओह हैगी है दैट इज़ अ मॉडल्स। बहुत 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 ज़्यादा इंपॉर्टेंट है अगर तुसीं ट्रांसलेशन करनी है। ਤੁਹਾਡੇ ਦੇਖੋ ਗ੍ਰਾਮਰ ਦੇ ਨਾਲ ਤੁਹਾਡਾ ਇੱਕ ਇਹਦੇ ਨਾਲ ਦੇਖੋ ਟੈਂਸ ਤੇ ਮਾਡਲ ਨਾਲ ਦੋ ਫਾਇਦੇ ਹੋ ਰਹੇ ਨੇ। ਇੱਕ ਤਾਂ ਤੁਹਾਡੀ ਟ੍ਰਾਂਸਲੇਸ਼ਨ ਕਲੀਅਰ ਹੋ ਰਹੀ ਹੈ, ਟ੍ਰਾਂਸਲੇਸ਼ਨ ਲਿਖਣੀ ਆ ਰਹੀ ਹੈ ਤੁਹਾਨੂੰ, ਤੇ ਇੱਕ ਤੁਹਾਡਾ ਗ੍ਰਾਮਰ ਪੋਰਸ਼ਨ ਦੇ ਵਿੱਚ ਵੀ ਕੰਮ ਆਉਂਦਾ ਹੈ। ਗ੍ਰਾਮਰ ਪੋਰਸ਼ਨ ਦੇ ਵਿੱਚ ਵੀ ਤੁਹਾਡਾ ਇਹ ਕੰਮ ਆਉਂਦਾ ਹੈ। ਮੈਂ ਤੁਹਾਨੂੰ ਦੱਸਦੀ ਹਾਂ ਸਿੱਧਾ ਟੈਂਸ ਦੇ ਕਿਵੇਂ ਆਉਂਦੇ। ਟੈਂਸ ਦੇ ਤੁਹਾਨੂੰ ਰੂਲ ਪਤਾ ਹੋਣੇ ਬਹੁਤ ਇੰਪੋਰਟੈਂਟ ਹੈ। ਟੈਂਸ ਦੇ ਤੁਹਾਨੂੰ ਰੂਲ ਪਤਾ ਹੋਣੇ ਇੰਪੋਰਟੈਂਟ ਹੈ। ਜਿਵੇਂ ਐਗਜ਼ਾਮਪਲ ਦਿੰਨੀ ਹੈ, ਜਿਵੇਂ ਮੈਂ ਲਿਖਾਂ I am I have been dash on Monday। एग्जाम्पल दे रही हैं, works, worked, working या वर्क। ਹੁਣ ਇਹ ਆਪਣਾ पहली गल तो ये पता होना चाहिए कि है की चीज। ये फिल इन द ब्लैंक्स है, ये थोड़ा ग्रामर पोर्शन च आंदा है। जस्ट एग्जांपल दे रही है कि अपना सिलेबस थोड़ा थोड़े जे क्लियर हो जाए कि टेंस और किवें आंदे हैं। ठीक है, देखो इत्थे आएगा वर्किंग, ठीक है, क्यों आएगा? ये अपना टेंस है, ठीक है, ये अपना टेंस है। एक तो थोड़ा टेंस एवें काम आएंगे कि ਤੁਹਾਨੂੰ अगर रूल्स पता होंगे ना कि हैव और बीन दे नाल की लगदा है ਤਾਂ ਹੀ ਤੁਸੀਂ ਇੱਥੇ वर्किंग लगा सकते हो। ठीक है, ਤੇ ਤੁਹਾਨੂੰ ਜੇ ਪਤਾ ਹੋਊਗਾ ਕਿ ਕਿਹੜਾ ਟੈਂਸ ਹੈ। ਇੱਕ ਕੁਐਸਚਨ ਐਵੇਂ ਆਉਂਦਾ ਕਿ ਜਿਵੇਂ ਮੈਂ ਲਿਖਦਾ ਕਿ ਮੈਂ ਇੱਥੇ ਲਿਖਦਾ ਕਿ I have been working, I have been working। ठीक है, ਇਹ ਕਿਹੜਾ ਟੈਂਸ ਹੈ? प्रेजेंट, indefinite, past indefinite, past perfect या पास्ट प्रेजेंट परफेक्ट कंटिन्यूअस टेंस। हुण अगर तुहानूं पता होगा भी केड़ा टेंस है तां ही तुसीं कर सकदे हो। देखो थोड़े दो तीन जगह थोड़े टेंस काम आने ने, फिल इन द ब्लैंक्स विच, फिल इन द ब्लैंक्स विच, एरर डिटेक्शन दे विच, ट्रांसलेशन दे विच। तां टेंस अपनी एक तरह दे नींव है जिन्होंने तुसी बहुत ज़्यादा स्ट्रॉन्ग करना ही करना है। आपां रल मिल के इकट्ठे होके आपां टेंस नूं ये सारे इंग्लिश नूं प्रॉपर देखांगे। ठीक है, एवें नहीं है कि तुसी परेशान हो कि नहीं असीं ये नहीं कर सकते, तो ये नहीं हुंदा। स्टार्ट करांगे, टेंस बहुत बहुत ज़्यादा इंपॉर्टेंट है। ठीक है, उस तो बाद मॉडल्स बहुत इंपॉर्टेंट है। ठीक है, प्रैपोजिशन, डिटर्मिनर, कंजंक्शन इन्हां विच अपने मोस्ट ऑफ द फिल इन द ब्लैंक्स आंदे ने। ठीक है, अपने एरर डिटेक्शन आंदे ने। ठीक है, तो आप ग्रामर नूं देखांगे ध्यान नाल भी अपने किवें किवें चीज़ां आंदियां ने। ठीक है जी, उस तो बाद आंदी अपनी वोकैबलरी। वोकैबलरी अपनी इन्नी क ज़्यादा इंपॉर्टेंट है कि वोकैब दे विच बहुत सारी चीज़ां आंदियां ने, जिवें अपने वन वर्ड सबस्टिट्यूशन हो गए, एंटोनियम सिनोनिम्स हो गए, इडियम एंड फ्रेजेस हो गए। वन वर्ड सबस्टिट्यूशन आपां पंजाबी दे विच आपां करदे सी ना, बहुत थावां दी थां एक शब्द। वन वर्ड सबस्टिट्यूशन अपने इंग्लिश दे विच बहुत ही थावां वाले नूं वन वर्ड सबस्टिट्यूशन कहंदे ने। ठीक है, एंटोनियम अपने वो हुंदे ने जिहड़े कहंदे पंजाबी च आपां कहिए विरोधी शब्द, लाइक अपने एंटोनियम्स हुंदे ने। सिनोनिम्स अपने की हुंदे ने? बिल्कुल सेम वाले वर्ड्स हुंदे ने। ठीक है, जिवें बिल्कुल समानार्थक शब्द कह सकते हो। ठीक है, इडियम एंड फ्रेजेस अपने मुहावरे हुंदे ने इंग्लिश दे। ठीक है, आपां बस उम्मीद सोच के बट इंग्लिश दे विच आंदे आपां घबरा जांदे ने। ठीक है, बट आपां घबराना नहीं है, आपां एक एक चीज़ नूं ध्यान नाल करांगे। ठीक है, वोकैब नूं वन वर्ड सबस्टिट्यूशन अपने मोस्ट अगर मैं तुहानूं जेहड़े करवाई जावांगी ना ओही सारे रिपीट होई जांदे ने। जेहड़े वन वर्ड सबस्टिट्यूशन मैं तुहानूं करवाऊंगी, ठीक है, आपां ओही तुसीं ओही रटने हैं। ठीक है, इस तो बाहर तुहाडे वन वर्ड सबस्टिट्यूशन नहीं आउणगे। ठीक है, ओही रिपीट हुंदे रहिंदे ने। प्रीवियस ईयर्स तो हुण तक अपने यही चीज़ां होईयां ने कि ओही रिपीट हुंदे ने।
इस तो बाहर कोई भी नहीं आता जेडे मैं थोनू करवाऊंगी। एवं सेम एंटोनियम सिनोनियम्स थोनू मैं डेली अपने एंटोनियम सिनोनियम्स दे वोकैब दे वर्ड्स दवांगी। ठीक है, तुसी की करने हैं बस अपने प्रॉपर एंटोनियम सिनोनियम्स लिखने हैं। चलो बाद ही गल्लां ਆਪਾਂ डिस्कस बाद च करांगे। मेन सिलेबस ਤੁਹਾਡਾ ਇਹ ਹੈ। ठीक है, वन वर्ड सबस्टिट्यूशन वाली वोकैब ਦੇ ਵਿੱਚ एंटोनियम सिनोनियम्स इडियम एंड फ्रेजेस आने ने। ठीक है, ट्रांसलेशन ਦੇ ਵਿੱਚ ਕੀ ਆने पंजाबी टू इंग्लिश। ठीक है, ਇਹ ਤੁਹਾਡੇ पूरे पूरे सेंटेंस हो सकते हैं, पूरे पूरे सेंटेंस हो सकते हैं। ठीक है, कि पंजाबी टू इंग्लिश भी थोनू नीचे थोनू वो दित्ती भी होंगियां ऑप्शन दिते होंगे कि इन्हां विचों केड़ा ज़्यादा बैटर है या सेंटेंस दे अकॉर्डिंग आ सकदी है। वर्ड एक एक वर्ड दा भी होऊगा, जिवें कहा नॉलेज नू पंजाबी नॉलेज पंजाबी दे विच की कहंदे ने आपां नॉलेज नू। ठीक है, तां इंग्लिश विच योगता नू आपां की कहंदे ने। ठीक है, इनफॉर्मेशन नू आपां पंजाबी च की कहंदे ने या मतलब जो भी पंजाबी वर्ड्स है उन्होंने आपां इंग्लिश दे विच की कहंदे ने। वर्ड टू वर्ड आ सकदा, सेंटेंस दे अकॉर्डिंग दोनों तरह अपना यह आ सकते हैं ट्रांसलेशन। ठीक है, आप उस हिसाब नाल तैयारी रखनी है कि आप सिर्फ अपने माइंडसेट च यह आंदा है कि ट्रांसलेशन है तो बड़ी बड़ी ट्रांसलेशन ही होगी। ट्रांसलेशन बड़ी बड़ी सेंटेंस टाइप भी हो सकती है, वो तो होएगी होएगी सेंटेंस टाइप का, बट अपना वर्ड टू वर्ड भी थोड़ी ट्रांसलेशन हो सकती है। ठीक है, इस चीज़ का बहुत ध्यान रखना है। कभी ये सोचो कि मैम ने सानू दस्सिया नहीं, एवं भी हो सकता है। ठीक है जी, तो यह जो सिलेबस है थोड़ा ETT का सिलेबस है। ठीक है, तो बहुत ध्यान नाल तुसीं सारे ने पढ़ना है। यही सेम सिलेबस अपना PTET दे विच भी आ सकता है। ठीक है, और अपनी इंग्लिश की ETT की जिहड़ी है 5994 का मतलब की वैकेंसीज ने। ठीक है, दूजी गल मैं तुहानूं ये दसना चाहांगी कि तुसी एक ध्यान रखना है कि जो सिलेबस आपां हुण कर रहे हैं उन्होंने बहुत ज़्यादा अच्छे तरीके ना करिए, क्योंकि पहला सिर्फ 15 मार्क्स की आती सी, बट हुण नाउ बहुत ज़्यादा चेंज हो चुकी है। ठीक है, मतलब चेंज नहीं, मार्क्स इंक्रीज हो चुके हैं। ठीक है, कंपटीशन हाई हो रहा है, तो इस हिसाब से आपां अपना कंपटीशन अपने लिए उस हिसाब से रखिए, उस हिसाब से आपां इंग्लिश में पढ़िए। बिल्कुल 0 to आपां हाई जावांगे। ठीक है, ध्यान नाल हर एक चीज़ ने पढ़ना है। ठीक है, हर पर्सन ने ध्यान नाल पढ़ना। एवं नहीं है कि तुसीं इंग्लिश ना पढ़ो कि सानूं तो समझ ही नहीं आती, इस तक करूँगे नहीं। अगर तुसीं समझना शुरू नहीं करोगे तो तुहानूं कभी भी समझ नहीं आएगी। इसलिए तुसीं ट्राई करो समझण दी। सब तो पहली गल तुसीं ट्राई तो करो समझण दी, तां ही तुहानूं कुछ आएगा। ठीक है, ट्राई करो, इंग्लिश का ई पढ़ोगे तां ही पूरे इंग्लिश के वर्ड्स पढ़ पाओगे। ठीक है जी, तो चलो जी आपां अपना होर दस दी अपना असीं बैच स्टार्ट करन जा रहे ETT का। ठीक है, तो तुसीं जो बच्चा ज्वाइन करना चाहता है वेलकम, प्लीज साढ़े तहे दिल तो वेलकम है, ज्वाइन करो। आप प्रॉपर एक एक चीज़ नूं तैयारी करांगे, प्रॉपर वे नाल तैयारी करांगे कि तुहाडी कोई चीज़ छुटे ना और तुहानूं सारी चीज़ों की टेक्निक्स पता होवे। ठीक है जी, चलो फिर आपां मिलदे फिर अपने क्लास दे विच अपने बैच दे विच। ठीक है, आई होप सानू जो क्वेरी सब बच्चों की आ रही सी ETT दे इंग्लिश के सिलेबस के रिगार्डिंग वो क्लीयर होगी। ठीक है, चलो फिर ऑल द वेरी बेस्ट टू ऑल ऑफ यू। सारे बच्चे मेरी तरफ तो बहुत बहुत शुभकामनाएं, ऑल द वेरी बेस्ट, ताकि सारे बच्चे बहुत ध्यान अपने ETT नूं पढ़न। ठीक है, हर एक सबजैक्ट नूं उन्नी ही इंपॉर्टेंस देन। ठीक है, ताकि तुसीं प्रॉपर हर एक सबजैक्ट नूं अगर तुसीं इंपॉर्टेंस दोगे तो थोड़े मार्क्स स्कोरिंग थोड़ी वध जाएगी एज कंपेयर टू, मतलब तुसीं कहोगे कि साडे इहदे विच नंबर नहीं है, उहदे विच नंबर नहीं है। 30 नंबर्स कोई लैस देन बहुत घट नंबर नहीं होंगे। थोड़े 30 नंबर्स ही थोड़े इंक्रीमेंट एक एक नंबर थोड़े लिए इंपॉर्टेंट है। तुहानूं पता है थोड़े गवर्नमेंट एग्जाम के लिए एक एक थोड़ा मार्क बहुत इंपॉर्टेंट है। तो तुसीं जिथे जिथे तुसीं लैग कर रहे हो ना वो चीज़ तुसीं कवर अप कर सकते हो। इंग्लिश, कंप्यूटर, पंजाबी, ठीक है, रीजनिंग, मैथ, ये चीज़ां ना तुसीं कवर अप कर सकते हो। ठीक है, तुसीं ट्राई करो सारे सबजैक्ट्स इक्वली इंपॉर्टेंट रखो। ठीक है, जिथे तुहानूं लगदा है कि ये चीज़ मेरी नहीं आती, मैनूं ये चीज़ मैं इत्थे कवर कर सकदा। ठीक है, थोड़ा सिस्टमैटिक वे ना चलो, प्रॉपर वे ना चलो, सब कुछ कर सकता है बंदा। ऐसी कोई चीज़ नहीं जो बंदा नहीं कर सकता। ठीक है जी, चलो फिर ऑल द वेरी बेस्ट टू ऑल ऑफ यू, थैंक यू।